ਪਿਆਰੇ ਵਿਦਿਆਰਥੀਓ, ਅੱਜ ਅਸੀਂ ਨਾਵਲਕਾਰ ਨਛੱਤਰ ਦਾ ਨਾਵਲ ਕਵਨ ਦੇਸ ਹੈ ਮੇਰਾ ਦਾ ਤੀਸਰਾ ਕਾਂਡ ਪੜ੍ਹਾਂਗੇ। ਪਿਛਲੇ 2 ਦਿਨਾਂ ਤੋਂ ਮਾਹੀ ਕਾਲਜ ਨਹੀਂ ਸੀ ਗਈ। ਸਵੇਰ ਦੇ 12 ਵੱਜਣ ਵਾਲੇ ਸਨ, ਪਰ ਉਸ ਸਮੇਂ ਤੱਕ ਵੀ ਬੇਸਮੈਂਟ ਦੇ ਫਰਸ਼ ਤੇ ਵਿਛੇ ਗੱਦੇ ਉੱਤੇ ਪਈ ਮਾਹੀ ਦਾ ਉੱਠਣ ਨੂੰ ਚਿੱਤ ਨਹੀਂ ਸੀ ਮੰਨ ਰਿਹਾ। ਸਵੇਰੇ ਆਪਣੇ ਕਾਲਜ ਜਾਣ ਤੋਂ ਪਹਿਲਾਂ ਉਸਦੇ ਨਾਲ ਹੀ ਰਹਿੰਦੀ ਜੱਸੂ ਨੇ ਦੁੱਧ ਗਰਮ ਕਰ ਉਸਨੂੰ ਪੀਣ ਲਈ ਆਖਿਆ। ਜੱਸੂ ਦੁੱਧ ਥਰਮਸ 'ਚ ਪਾ ਕੇ ਰੱਖ ਦੇ, ਮੈਂ ਆਪੇ ਪੀ ਲੂੰ। ਪਰ ਮਾਹੀ ਨੇ ਦੁੱਧ ਦਾ ਭਰਿਆ ਗਿਲਾਸ ਉਸਨੂੰ ਵਾਪਸ ਲੈ ਜਾਣ ਲਈ ਆਖਿਆ। ਟੇਕ ਕੇਅਰ ਆਖ ਜੱਸੂ ਚਲੀ ਗਈ। ਜੱਸੂ ਦੇ ਚਲੇ ਜਾਣ ਤੋਂ ਬਾਅਦ ਲਗਭਗ ਅੱਧੇ ਪੌਣੇ ਘੰਟੇ ਤੱਕ ਵੀ ਆਪਣੇ ਸਿਰਹਾਣੇ ਪਈ ਦੁੱਧ ਦੀ ਬੋਤਲ ਵੱਲ ਮਾਹੀ ਦੇਖੀ ਜਾ ਰਹੀ ਸੀ। ਭੈਣ ਬਣ ਕੇ ਕੁਝ ਤਾਂ ਖਾ ਲੈ, ਐਂ ਕਿੰਨੇ ਕੁ ਦਿਨ ਢੇਰੀ ਢਾਹ ਬੈਠੀ ਰਹੇਗੀ। ਰਾਤੀ ਵੀ ਜੱਸੂ ਨੇ ਬੜੀਆਂ ਮਿੰਨਤਾਂ ਕਰ ਦੁੱਧ ਨਾਲ ਬ੍ਰੈਡ ਦੇ 2 ਪੀਸ ਮਾਹੀ ਨੂੰ ਖਵਾਏ ਸਨ। ਜੱਸੂ ਮੇਰੇ ਸੰਗ ਅੰਦਰ ਕੁਝ ਜਾਂਦਾ ਹੀ ਨਹੀਂ, ਮੈਨੂੰ ਲੱਗਦਾ ਜਿਵੇਂ ਮੇਰੇ ਅੰਦਰਲਾ ਸਭ ਕੁਝ ਹੀ ਮਰ ਗਿਆ ਹੋਵੇ। ਜੱਸੂ ਨੇ ਗੱਦੇ 'ਤੇ ਲੰਮੀ ਪਈ ਮਾਹੀ ਦਾ ਸਿਰ ਆਪਣੀ ਬੁੱਕਲ ਵਿੱਚ ਰੱਖ ਉਸਨੂੰ ਹੋਏ ਬੀਤੇ ਬਾਰੇ ਭੁੱਲ ਜਾਣ ਲਈ ਆਖਿਆ, ਤਾਂ ਮਾਹੀ ਦੇ ਬੁੱਲ੍ਹਾਂ ਵਿੱਚੋਂ ਇਹ ਬੋਲ ਬੜੀ ਹੀ ਔਖਿਆਈ ਨਾਲ ਨਿਕਲੇ ਸਨ। ਪਿੰਡੇ ਦੁਆਲੇ ਕੰਬਲ ਲਪੇਟੀ ਪਈ ਮਾਹੀ ਉਸ ਸਮੇਂ ਨੂੰ ਫਿੱਟ ਲਾਹਨਤਾਂ ਪਾ ਰਹੀ ਸੀ ਜਦੋਂ ਉਸਨੇ ਆਪਣੇ ਡੈਡੀ ਦਾ ਆਖਾ ਮੰਨ ਕੈਨੇਡਾ ਪੜ੍ਹਨ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਸੀ। ਮੇਰਾ ਪੁੱਤ ਕੈਨੇਡਾ ਪੜ੍ਹਨ ਜਾਏਗਾ। ਜਦੋਂ ਰਾਤ ਸਮੇਂ ਦਾਰੂ ਦਾ ਰੱਜਾ ਮਾਹੀ ਦਾ ਡੈਡੀ ਹਰਨੇ ਘਰ ਆ ਉਸਨੂੰ ਬੁੱਕਲ ਵਿੱਚ ਲੈ ਕੇ ਇਹ ਬੋਲ ਆਖਿਆ ਕਰਦਾ ਸੀ, ਤਾਂ ਉਸਦੇ ਲਾਗੇ ਖੜੀ ਮਾਹੀ ਦੀ ਮੰਮੀ ਨੰਜੋ ਵੀ ਖੁਸ਼ ਹੋ ਮਾਹੀ ਦੇ ਸਿਰ ਉੱਤੇ ਹੱਥ ਫੇਰਦੀ ਫੁੱਲੀ ਨਹੀਂ ਸੀ ਸਮਾਉਂਦੀ। ਮਾਹੀ ਤੋਂ ਬਾਅਦ ਆਪਾਂ ਵੀ ਇਹਦੇ ਕੋਲ ਹੀ ਚਲੇ ਜਾਵਾਂਗੇ। ਕੁਝ ਪਲ ਮਾਹੀ ਦਾ ਨਾਲ ਲਾਡ ਪਿਆਰ ਕਰਨ ਤੋਂ ਬਾਅਦ ਹਰਨੇਕ ਲਾਗੇ ਹੀ ਖੜ ਮੁਸਕੜੀਏ ਹੱਸ ਰਹੀ ਨੰਜੂ ਦੇ ਮੋਢਿਆਂ ਉੱਤੇ ਹੱਥ ਰੱਖ ਆਪਣੇ ਮਨ ਅੰਦਰਲੇ ਚਾਅ ਉਸ ਨਾਲ ਵੀ ਸਾਂਝੇ ਕਰਦਾ। ਪਾਪਾ, ਮੈਂ ਨਹੀਂ ਕਿਤੇ ਵੀ ਜਾਣਾ, ਮੈਂ ਤਾਂ ਇੱਥੇ ਰਹਿ ਕੇ ਹੀ ਪੜ੍ਹੂੰ। ਪਰ ਮਾਹੀ ਦੀ ਆਖੀ ਗੱਲ ਸੁਣ ਹਰਨੇਕ ਉਸਦੇ ਚਿਹਰੇ ਵੱਲ ਘੂਰ ਕੇ ਦੇਖਦਾ। ਨਾ ਮੇਰੀ ਲਾਡੋ, ਐਂ ਨਹੀਂ ਆਖੀਦਾ। ਮੈਂ ਤਾਂ ਤੇਰੇ ਲਈ ਪਤਾ ਨਹੀਂ ਕੀ ਸੋਚੀ ਬੈਠਾ। ਤੂੰ ਤਾਂ ਬਾਹਰ ਜਾ ਕੇ ਹੀ ਪੜ੍ਹੇਂਗੀ। ਹਰਨੇਕ ਦੁਬਾਰਾ ਮਾਹੀ ਦੀ ਬਾਂਹ ਫੜ ਉਸਨੂੰ ਆਪਣੇ ਲਾਗੇ ਕਰਨ ਦੀ ਕੋਸ਼ਿਸ਼ ਕਰਦਾ, ਪਰ ਉਹ ਬਾਂਹ ਛੁਡਾ ਹੋਰ ਪਰਾਂ ਹੋ ਜਾ ਖੜਦੀ। ਇਹ ਸਿਲਸਿਲਾ 3-4 ਮਹੀਨੇ ਤੱਕ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਪਰ ਮਾਹੀ ਬਾਹਰ ਜਾਣ ਲਈ ਕਿਸੇ ਵੀ ਤਰ੍ਹਾਂ ਤਿਆਰ ਨਹੀਂ ਸੀ ਹੋ ਰਹੀ। ਉਹ ਤਾਂ ਨਿਆਣੀ ਆ, ਤੂੰ ਆਪ ਉਸਨੂੰ ਪਿਆਰ ਨਾਲ ਸਮਝਾ। ਇੱਕ ਦਿਨ ਹਰਨੇਕ ਨੇ ਨੰਜੋ ਨੂੰ ਕੋਲ ਬਿਠਾ ਆਖਿਆ, ਤਾਂ ਹਰਨੇਕ ਵਾਲੀ ਡਿਊਟੀ ਨੰਜੋ ਨੇ ਸੰਭਾਲ ਲਈ। ਮੈਂ ਵੀ ਕੈਨੇਡਾ ਪੜ੍ਹਨ ਜਾ ਰਹੀ ਹਾਂ। ਇੱਕ ਦਿਨ ਕਾਲਜ ਕੰਟੀਨ ਵਿੱਚ ਆਪਣੇ ਸਾਥੀਆਂ ਨਾਲ ਚਾਹ ਪੀਂਦਿਆਂ ਮਾਹੀ ਨੇ ਇਹ ਗੱਲ ਉਹਨਾਂ ਨਾਲ ਸਾਂਝੀ ਕੀਤੀ, ਤਾਂ ਮੇਜ਼ ਦੁਆਲੇ ਬੈਠੇ ਸਾਰੇ ਮੁੰਡੇ ਕੁੜੀਆਂ ਉਸਦੇ ਚਿਹਰੇ ਵੱਲ ਹੈਰਾਨੀ ਨਾਲ ਦੇਖਣ ਲੱਗ ਪਏ। ਸੱਚੀ ਮਾਹੀ? ਉਹਨਾਂ ਸਾਰਿਆਂ ਨੂੰ ਮਾਹੀ ਦੀ ਆਖੀ ਗੱਲ ਦਾ ਯਕੀਨ ਨਹੀਂ ਸੀ ਆ ਰਿਹਾ, ਪਰ ਲਗਾਤਾਰ ਉਸਦੇ ਚਿਹਰੇ ਉੱਤੇ ਆਪਣੀਆਂ ਅੱਖਾਂ ਟਿਕਾਈ ਬੈਠੇ ਅੰਮ੍ਰਿਤ ਨੇ ਆਪਣੇ ਹੱਥ ਵਿੱਚ ਫੜਿਆ ਚਾਹ ਵਾਲਾ ਕੱਪ ਮੇਜ਼ 'ਤੇ ਰੱਖ ਉਦਾਸੀ ਬੋਲੀ ਉਸਨੂੰ ਪੁੱਛਿਆ। ਅੰਮ੍ਰਿਤ ਦੇ ਬੁੱਲ੍ਹਾਂ ਵਿੱਚੋਂ ਨਿਕਲੇ ਬੋਲਾਂ ਨੂੰ ਸੁਣ ਉਸ ਦੀਆਂ ਅੱਖਾਂ ਵਿੱਚ ਡੁੱਬਦੇ ਤਰਦੇ ਆਪਣੇ ਅਕਸ ਨੂੰ ਮਹਿਸੂਸ ਕਰ ਮਾਹੀ ਕੋਲੋਂ ਉਸਦੀ ਗੱਲ ਦਾ ਜਵਾਬ ਨਾ ਦਿੱਤਾ ਗਿਆ, ਪਰ ਨਾ ਚਾਹੁੰਦੇ ਹੋਏ ਵੀ ਉਸ ਕੋਲੋਂ ਹਾਂ ਵਿੱਚ ਸਿਰ ਹਿਲਾਇਆ ਗਿਆ। ਉਸ ਤੋਂ ਬਾਅਦ ਕੁਝ ਪਲਾਂ ਲਈ ਮੇਜ਼ ਦੁਆਲੇ ਚੁੱਪ ਤਣੀ ਰਹੀ। ਤੁਸੀਂ ਸਾਰੇ ਚੁੱਪ ਕਿਉਂ ਹੋ ਗਏ? ਵਾਰੋ ਵਾਰੀ ਸਭ ਦੇ ਉਤਰੇ ਚਿਹਰਿਆਂ ਵੱਲ ਦੇਖ ਮਾਹੀ ਨੇ ਪੁੱਛਿਆ। ਮਾਹੀ ਦੀ ਗੱਲ ਸੁਣ ਸਭ ਨੇ ਆਪੋ ਆਪਣੇ ਚਿਹਰਿਆਂ ਉੱਤੇ ਜ਼ਬਰਦਸਤੀ ਹਲਕੀ ਜਿਹੀ ਮੁਸਕਰਾਹਟ ਲਿਆ ਉਸ ਵੱਲ ਇਉਂ ਦੇਖਿਆ ਜਿਵੇਂ ਉਹ ਮਾਹੀ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹੋਣ। ਮੈਨੂੰ ਲੱਗਦਾ ਜਿਵੇਂ ਤੁਸੀਂ ਮੇਰੇ ਕੈਨੇਡਾ ਜਾਣ 'ਤੇ ਖੁਸ਼ ਨਹੀਂ। ਉਹਨਾਂ ਵਿੱਚੋਂ ਕਿਸੇ ਨੂੰ ਵੀ ਕੁਝ ਬੋਲਦੇ ਨਾ ਦੇਖ ਖਿਜੀ ਹੋਈ ਮਾਹੀ ਬੋਲੀ। ਹਾਂ, ਇੱਕੋ ਸਮੇਂ ਸਾਰਿਆਂ ਦੇ ਬੁੱਲ੍ਹਾਂ ਵਿੱਚੋਂ ਇਹ ਸ਼ਬਦ ਨਿਕਲਿਆ। ਉਹਨਾਂ ਦਾ ਜਵਾਬ ਸੁਣ ਕੁਝ ਸਮਾਂ ਪਹਿਲਾਂ ਹੱਸੂ ਕਰਦੇ ਮਾਹੀ ਦੇ ਚਿਹਰੇ ਉਤਲੀ ਰੰਗਤ ਇੱਕਦਮ ਹੀ ਫਿੱਕੀ ਪੈ ਗਈ। ਮੈਨੂੰ ਨਹੀਂ ਸੀ ਪਤਾ ਤੁਸੀਂ ਮੈਨੂੰ ਇੰਨੀ ਮੁਹੱਬਤ ਕਰਦੇ ਹੋ। ਅੰਮ੍ਰਿਤ ਨੂੰ ਮੂੰਹ ਲਟਕਾਈ ਬੈਠਾ ਦੇਖ ਮਾਹੀ ਨੇ ਸਿੱਧਾ ਉਸਦੀਆਂ ਅੱਖਾਂ ਵਿੱਚ ਝਾਕਦਿਆਂ ਇਹ ਗੱਲ ਉਸਨੂੰ ਆਖਣੀ ਚਾਹੀ, ਪਰ ਉਸ ਕੋਲੋਂ ਬੋਲਿਆ ਨਾ ਗਿਆ। ਬੇਸਮੈਂਟ ਅੰਦਰ ਆਪਣੇ ਗੱਦੇ 'ਤੇ ਪਈ ਮਾਹੀ ਨੂੰ ਪਿੱਛੇ ਰਹਿ ਗਏ ਆਪਣੇ ਸਾਥੀਆਂ ਦੀ ਯਾਦ ਆਈ, ਤਾਂ ਉਸਨੂੰ ਲੱਗਿਆ ਜਿਵੇਂ ਉਸ ਸਮੇਂ ਵੀ ਅੰਮ੍ਰਿਤ ਉਸਦੇ ਲਾਗੇ ਉਵੇਂ ਹੀ ਅੱਖਾਂ ਭਾਰ ਖੜਾ ਹੋਵੇ ਜਿਵੇਂ ਮਾਹੀ ਦੇ ਆਖਰੀ ਵਾਰ ਕਾਲਜ ਫੇਰਾ ਮਾਰਨ 'ਤੇ ਉਸ ਦੀਆਂ ਅੱਖਾਂ ਸਲਾਬੀਆਂ ਗਈਆਂ ਸਨ। ਉਦੋਂ ਆਪਣੇ ਸਾਰੇ ਦੋਸਤਾਂ ਨੂੰ ਮਿਲ ਲੈਣ ਤੋਂ ਬਾਅਦ ਮਾਹੀ ਦੇ ਵਾਪਸ ਜਾਣ ਸਮੇਂ ਅੰਮ੍ਰਿਤ ਕਾਲਜ ਦੇ ਗੇਟ ਤੱਕ ਉਸ ਨਾਲ ਠੀਕ ਠਾਕ ਗਿਆ, ਪਰ ਉਸ ਨਾਲੋਂ ਵਿਛੜ ਜਾਣ 'ਤੇ ਸਲ ਨੂੰ ਨਾ ਸਹਾਰਦੇ ਹੋਏ ਉਸ ਦੀਆਂ ਅੱਖਾਂ ਦੁਬਾਰਾ ਭਰ ਆਈਆਂ। ਉਸ ਸਮੇਂ ਅੰਮ੍ਰਿਤ ਦੀਆਂ ਅੱਖਾਂ ਵਿੱਚ ਛਲਕਦੇ ਅਥਰੂਆਂ ਨੂੰ ਪੂੰਝਣ ਲਈ ਉਹ 2 ਕਦਮ ਅੱਗੇ ਵੀ ਵਧੀ, ਪਰ ਕਾਲਜ ਅੰਦਰੋਂ ਬਾਹਰ ਵੱਲ ਤੁਰੇ ਆਉਂਦੇ ਇੱਕ ਲੈਕਚਰਾਰ ਨੂੰ ਦੇਖ ਮਾਹੀ ਕੁਝ ਵੀ ਨਾ ਕਰ ਸਕੀ। ਮਨ ਕਰੜਾ ਕਰ ਉਹ ਅੰਮ੍ਰਿਤ ਨੂੰ ਉੱਥੇ ਹੀ ਛੱਡ ਕਾਲਜ ਦੇ ਗੇਟੋਂ ਬਾਹਰ ਖੜੀ ਆਪਣੇ ਡੈਡੀ ਦੀ ਕਾਰ ਵਿੱਚ ਜਾ ਬੈਠੀ ਸੀ। ਬੀਤ ਗਏ ਉਹਨਾਂ ਪਲਾਂ ਨੂੰ ਆਪਣੀਆਂ ਅੱਖਾਂ ਅੱਗੋਂ ਦੀ ਦੁਬਾਰਾ ਲੰਘਦਾ ਮਹਿਸੂਸ ਕਰ ਬਿਸਤਰੇ 'ਤੇ ਪਈ ਮਾਹੀ ਦੀਆਂ ਅੱਖਾਂ ਵੀ ਭਰ ਆਈਆਂ, ਪਰ ਉਸਦੇ ਹੰਝੂਆਂ ਨੂੰ ਪੂੰਝਣ ਵਾਲਾ ਉਸ ਸਮੇਂ ਉੱਥੇ ਕੋਈ ਵੀ ਨਹੀਂ ਸੀ। ਮਾਹੀ, ਦਿਲ ਤਾਂ ਮੇਰਾ ਵੀ ਕਰਦਾ ਹੈ,
ਕਿ ਮੈਂ ਵੀ ਤੇਰੇ ਵਾਂਗੂ ਕੈਨੇਡਾ ਪੜ੍ਹਨ ਜਾਵਾਂ, ਪਰ ਮੇਰੇ ਮਾਪਿਆਂ ਦੀ ਹਾਲਤ ਬਹੁਤ ਪਤਲੀ ਆ। ਉਹਨਾਂ ਲਈ ਤਾਂ ਮੈਨੂੰ ਇਸੇ ਕਾਲਜ 'ਚ ਪੜ੍ਹਾਉਣਾ ਹੀ ਔਖਾ ਹੋਇਆ ਪਿਆ ਏ। ਆਪਣੇ ਪਾਸਪੋਰਟ ਬਣਾਉਣ ਦੇ ਚੱਕਰ ਵਿੱਚ ਕੁਝ ਪੇਪਰਾਂ ਉੱਤੇ ਪ੍ਰਿੰਸੀਪਲ ਦੇ ਦਸਤਖਤ ਕਰਵਾਉਣ ਕਾਲਜ ਗਈ ਮਾਹੀ ਅੰਮ੍ਰਿਤ ਨੂੰ ਮਿਲੀ ਤਾਂ ਉਸਨੇ ਮਾਹੀ ਨੂੰ ਇਹ ਗੱਲ ਆਖੀ ਸੀ। ਕੈਨੇਡਾ ਨਾ ਜਾਣ ਸਕਣ ਦਾ ਗਮ ਮਨ ਅੰਦਰ ਸਾਂਭੀ ਫਿਰਦੇ ਅੰਮ੍ਰਿਤ ਦੀ ਗੱਲ ਸੁਣ ਦੁੱਖ ਤਾਂ ਮਾਹੀ ਨੂੰ ਵੀ ਹੋਇਆ, ਪਰ ਉਸ ਸਮੇਂ ਮਾਹੀ ਕੋਲੋਂ ਕੁਝ ਨਾ ਆਖਿਆ ਗਿਆ। ਮਾਹੀ, ਤੈਨੂੰ ਕੈਨੇਡਾ ਜਾਣ ਦੀ ਕੀ ਲੋੜ ਪੈ ਗਈ? ਇੱਥੇ ਵਧੀਆ ਪੜ੍ਹੀ ਜਾਨੀ ਹੈ। ਤੇਰੇ ਡੈਡੀ ਨੂੰ ਵੀ ਕਿਸੇ ਚੀਜ਼ ਦਾ ਘਾਟਾ ਨਹੀਂ, ਇੰਨੀ ਜ਼ਮੀਨ ਆ ਤੁਹਾਡੇ ਕੋਲ, ਐਸ਼ ਕਰਦਾ ਹੈ ਤੁਹਾਡਾ ਪਰਿਵਾਰ। ਅੰਮ੍ਰਿਤ ਨੇ ਇਹ ਗੱਲਾਂ ਵੀ ਮਾਹੀ ਨੂੰ ਆਖੀਆਂ ਸਨ। ਦੂਸਰਿਆਂ ਦੇ ਮੁੰਡੇ ਕੁੜੀਆਂ ਨੂੰ ਬਾਹਰ ਪੜ੍ਹਨ ਜਾਂਦੇ ਦੇਖ ਮੇਰੇ ਡੈਡੀ ਨੂੰ ਜਿਵੇਂ ਚੀਜ਼ ਚੜ੍ਹ ਜਾਂਦੀ ਹੋਵੇ। ਮੇਰੇ ਡੈਡੀ ਦਾ ਅੰਦਰਲਾ ਮਨੁੱਖ ਬਹੁਤ ਅੜੀਅਲ ਆ। ਇੱਕ ਦਿਨ ਕਹਿੰਦੇ ਹਰ ਨਿੱਕੀ ਸੁੱਕੀ ਜਾਤ ਆਪਣੇ ਧੀਆਂ ਪੁੱਤਾਂ ਨੂੰ ਬਾਹਰ ਪੜ੍ਹਨ ਲਈ ਭੇਜੀ ਜਾ ਰਹੀ ਆ। ਆਪਾਂ ਕਿਸੇ ਨਾਲੋਂ ਘੱਟ ਆ। ਮੈਂ ਵੀ ਭੇਜੂੰਗਾ ਆਪਣੀ ਕੁੜੀ ਨੂੰ ਕੈਨੇਡਾ। ਰਾਤ ਨੂੰ ਦਾਰੂ ਪੀ ਘਰ ਆ ਮੰਮੀ ਦੇ ਦੁਆਲੇ ਹੋ ਇਹੋ ਜਿਹੀਆਂ ਉਰਲੀਆਂ ਪਰਲੀਆਂ ਮਾਰਦੇ ਆਪਣੇ ਡੈਡੀ ਦੇ ਕੀਤੇ ਫੈਸਲੇ ਬਾਰੇ ਮਾਹੀ ਨੇ ਅੰਮ੍ਰਿਤ ਨੂੰ ਦੱਸਿਆ ਸੀ। ਵੱਡੇ ਲੋਕਾਂ ਦੀ ਕਿੰਨੀ ਨਿੱਕੀ ਸੋਚ ਆ। ਉਦੋਂ ਮਾਹੀ ਦੀਆਂ ਗੱਲਾਂ ਸੁਣ ਅੰਮ੍ਰਿਤ ਦੇ ਮਨ 'ਚ ਖਿਆਲ ਆਇਆ ਸੀ, ਮੈਂ ਤਾਂ ਮੰਮੀ ਨੂੰ ਬਥੇਰਾ ਆਖਿਆ ਕਿ ਮੈਂ ਇੱਥੇ ਹੀ ਪੜ੍ਹੀ ਜਾਂਦੀ ਹਾਂ, ਪਰ ਡੈਡੀ ਦੇ ਪਿੱਛੇ ਲੱਗ ਉਹ ਵੀ ਉਹਨਾਂ ਦੀ ਬੋਲੀ ਹੀ ਬੋਲਣ ਲੱਗ ਪਈ। ਮਾਹੀ ਦੀ ਗੱਲ ਸੁਣ ਅੰਮ੍ਰਿਤ ਨੂੰ ਉਸਦੇ ਡੈਡੀ 'ਤੇ ਬਹੁਤ ਗੁੱਸਾ ਆਇਆ, ਪਰ ਉਸਨੇ ਉਹ ਗੁੱਸਾ ਆਪਣੇ ਅੰਦਰ ਹੀ ਪੀ ਲਿਆ। ਆਪਣੇ ਸਕੂਲ ਦੀ ਪੜ੍ਹਾਈ ਖਤਮ ਕਰ ਜਦੋਂ ਮਾਹੀ ਕਾਲਜ ਪਹੁੰਚ ਅੰਮ੍ਰਿਤ ਦੇ ਸੰਪਰਕ 'ਚ ਆਈ ਤਾਂ ਅੰਮ੍ਰਿਤ ਨੂੰ ਲੱਗਿਆ ਸੀ ਕਿ ਹੁਣ ਉਸਦੀ ਪੜ੍ਹਾਈ ਠੀਕ ਠਾਕ ਪੂਰੀ ਹੋ ਜਾਵੇਗੀ, ਕਿਉਂਕਿ ਜਦੋਂ ਵੀ ਮਾਹੀ ਅੰਮ੍ਰਿਤ ਨੂੰ ਮਿਲਦੀ ਤਾਂ ਹਮੇਸ਼ਾ ਉਸਨੂੰ ਮਨ ਲਾ ਕੇ ਪੜ੍ਹਨ ਲਈ ਹੱਲਾਸ਼ੇਰੀ ਦਿੰਦੀ, ਵਾਰ-ਵਾਰ ਪੜ੍ਹਦੇ ਰਹਿਣ ਲਈ ਆਖਦੀ। ਮਾਹੀ ਬਾਰੇ ਸੋਚ ਅੰਮ੍ਰਿਤ ਖੁਦ ਹੈਰਾਨ ਹੁੰਦਾ ਸੀ ਕਿ ਮਾਹੀ ਉਸ ਦੀ ਪੜ੍ਹਾਈ ਲਈ ਇੰਨੀ ਫਿਕਰਮੰਦ ਕਿਉਂ ਹੈ। ਮਾਹੀ ਦੇ ਕੈਨੇਡਾ ਚਲੇ ਜਾਣ ਤੋਂ ਬਾਅਦ ਅੰਮ੍ਰਿਤ ਕਈ ਦਿਨ ਕਾਲਜ ਨਹੀਂ ਸੀ ਗਿਆ, ਜਿਵੇਂ ਮਾਹੀ ਦੇ ਚਲੇ ਜਾਣ ਤੋਂ ਬਾਅਦ ਉਸ ਲਈ ਕਾਲਜ ਖਾਲੀ ਹੋ ਗਿਆ ਹੋਵੇ। ਤੂੰ ਪਾਗਲ ਤੇ ਨਹੀਂ ਹੋ ਗਿਆ? ਉਸ ਕੁੜੀ ਦੇ ਪਿੱਛੇ ਲੱਗ ਆਪਦਾ ਸਾਲ ਖਰਾਬ ਕਰੇਗਾ। ਕੁੜੀਆਂ ਦੇ ਚੱਕਰਾਂ ਵਿੱਚੋਂ ਬਾਹਰ ਨਿਕਲ ਤੇ ਪੜ੍ਹਾਈ ਵੱਲ ਧਿਆਨ ਦੇ। ਅੰਮ੍ਰਿਤ ਦੇ ਦੋਸਤਾਂ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਪੜ੍ਹਾਈ ਵਾਲੇ ਪਾਸੇ ਜੋੜਿਆ। ਕੈਨੇਡਾ ਪਹੁੰਚਣ ਤੋਂ ਬਾਅਦ ਮਾਹੀ ਨੇ ਪਹਿਲੀ ਵਾਰ ਅੰਮ੍ਰਿਤ ਨੂੰ ਫੋਨ ਕੀਤਾ ਤਾਂ ਅੰਮ੍ਰਿਤ ਨੇ ਉਸ ਦੇ ਚਲੇ ਜਾਣ ਤੋਂ ਬਾਅਦ ਆਪਣੇ ਮਨ 'ਚ ਆਈ ਨਿੱਕੀ ਤੋਂ ਨਿੱਕੀ ਸੋਚ ਵੀ ਉਸ ਨਾਲ ਸਾਂਝੀ ਕੀਤੀ। ਸ਼ਾਇਦ ਇਸ ਤਰ੍ਹਾਂ ਕਰਨ ਦੇ ਜ਼ਿਹਨ ਉੱਤੇ ਪਿਆ ਬੋਝ ਕੁਝ ਹਲਕਾ ਹੋ ਜਾਵੇ। ਬਿਸਤਰ 'ਤੇ ਪਈ ਮਾਹੀ ਦਾ ਮਨ ਕੀਤਾ ਕਿ ਉਹ ਅੰਮ੍ਰਿਤ ਨੂੰ ਫੋਨ ਮਿਲਾ ਉਸ ਨਾਲ ਕੋਈ ਗੱਲ ਕਰੇ। ਕੀ ਦੱਸੇਗੀ ਉਸਨੂੰ? ਉਸੇ ਪਲ ਇਹ ਖਿਆਲ ਵੀ ਉਸਦੇ ਮਨ 'ਚ ਆਇਆ ਕਿ ਆਪਣੇ ਵਲੂੰਦਰੇ ਪਏ ਅੰਦਰ ਬਾਰੇ ਉਸਨੂੰ ਦੱਸ ਸਕੇਗੀ। ਆਪਣੇ ਅੰਦਰੋਂ ਆਈ ਆਵਾਜ਼ ਸੁਣ ਮਾਹੀ ਨੇ ਹੱਥ ਵਿੱਚ ਫੜਿਆ ਫੋਨ ਪਹਿਲੀ ਥਾਵੇਂ ਹੀ ਰੱਖ ਦਿੱਤਾ। ਕੈਨੇਡਾ ਪਹੁੰਚਣ 'ਤੇ ਮਾਹੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਚੌੜੀਆਂ ਸੜਕਾਂ 'ਤੇ ਦੋਹੀਂ ਪਾਸੇ ਖੜੇ ਹਰੇ ਭਰੇ ਦਰਖਤ, ਸਾਫ਼ ਸੁਥਰੇ ਘਾਹ ਦੇ ਮੈਦਾਨ, ਕਿਧਰੇ ਵੀ ਕੋਈ ਭੀੜ ਭੜੱਕਾ ਨਹੀਂ ਸੀ। ਆਲੇ ਦੁਆਲੇ ਤੁਰੇ ਫਿਰਦੇ ਮੁੰਡੇ ਕੁੜੀਆਂ ਦੇ ਫੁੱਲਾਂ ਵਾਂਗ ਖਿੜੇ ਚਿਹਰੇ ਅਤੇ ਉਸਦੇ ਲਾਗੋਂ ਦੀ ਲੰਘਣ ਵੇਲੇ ਉਹਨਾਂ ਵਿੱਚੋਂ ਹਲਕਾ ਜਿਹਾ ਮੁਸਕਰਾ ਕੇ ਦੇਖਣਾ ਮਾਹੀ ਨੂੰ ਬਹੁਤ ਚੰਗਾ ਲੱਗ ਰਿਹਾ ਸੀ। ਉਸ ਪਲ ਮਾਹੀ ਨੂੰ ਲੱਗਦਾ ਜਿਵੇਂ ਉਹ ਕਿਸੇ ਸਵਰਗ ਵਿੱਚ ਆ ਗਈ ਹੋਵੇ। ਮਾਹੀ ਦੇ ਡੈਡੀ ਨੇ ਆਪਣੇ ਕਿਸੇ ਦੋਸਤ ਰਾਹੀਂ ਕੈਨੇਡਾ ਰਹਿੰਦੇ ਉਸਦੇ ਰਿਸ਼ਤੇਦਾਰ ਨੂੰ ਫੋਨ 'ਤੇ ਗੱਲ ਕਰ ਮਾਹੀ ਦੇ ਉੱਥੇ ਪੜ੍ਹਨ ਆਉਣ ਬਾਰੇ ਦੱਸਿਆ। ਨਾਲ ਹੀ ਉਸਦੇ ਰਹਿਣ ਲਈ ਕਿਸੇ ਸੁਰੱਖਿਅਤ ਥਾਂ ਦਾ ਇੰਤਜ਼ਾਮ ਕਰਨ ਲਈ ਵੀ ਆਖਿਆ। ਬਰੈਂਪਟਨ ਦੀ ਉਸ ਬੇਸਮੈਂਟ ਵਿੱਚ ਆਉਣ ਤੋਂ ਪਹਿਲਾਂ ਜੱਸੂ ਚੰਡੀਗੜ੍ਹ ਦੀਆਂ 2 ਕੁੜੀਆਂ ਨਾਲ ਮਿਸੀਸਾਗਾ ਰਹਿੰਦੀ ਸੀ। ਚੰਡੀਗੜ੍ਹ ਵਾਲੀਆਂ ਦੋਵੇਂ ਕੁੜੀਆਂ ਬੜੇ ਚੰਗੇ ਅਹੁਦਿਆਂ 'ਤੇ ਲੱਗੇ ਅਫਸਰਾਂ ਦੀਆਂ ਧੀਆਂ ਸਨ। ਉਹਨਾਂ ਦੋਹਾਂ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ। ਕਾਲਜ ਸਮੇਂ ਤੋਂ ਬਾਅਦ ਉਹ ਨਵੇਂ ਤੋਂ ਨਵੇਂ ਮੁੰਡਿਆਂ ਨਾਲ ਅੱਧੀ ਰਾਤ ਤੱਕ ਬਾਹਰ ਘੁੰਮਦੀਆਂ ਰਹਿੰਦੀਆਂ। ਕਈ ਵਾਰ ਵੀਕਐਂਡ 'ਤੇ ਉਹ ਪੂਰੀ ਰਾਤ ਬਾਹਰ ਹੀ ਰਹਿ ਜਾਂਦੀਆਂ। ਨਾ ਭੈਣੋ, ਤੁਹਾਡੇ ਨਾਲ ਘੁੰਮਣਾ ਤਾਂ ਮੇਰੇ ਵੱਸ ਦੀ ਗੱਲ ਨਹੀਂ। ਇੱਕ ਵਾਰ ਉਹ ਜੱਸੂ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਈਆਂ, ਪਰ ਉਸ ਤੋਂ ਬਾਅਦ ਜੱਸੂ ਨੇ ਕਦੇ ਵੀ ਉਹਨਾਂ ਦੇ ਨਾਲ ਜਾਣ ਦੀ ਹਾਮੀ ਨਹੀਂ ਸੀ ਭਰੀ। ਰਾਤੀ ਬੇਸਮੈਂਟ ਵਿੱਚ ਆਉਣ 'ਤੇ ਵੀ ਉਹ ਟਿਕ ਕੇ ਨਹੀਂ ਸਨ ਬੈਠਦੀਆਂ। ਉੱਚੀ ਆਵਾਜ਼ 'ਚ ਡੈਕ ਚਲਾ 2 ਘੰਟੇ ਨੱਚਦੀਆਂ ਟੱਪਦੀਆਂ ਕਮਰੇ ਅੰਦਰ ਗਾਹ ਪਾਈ ਰੱਖਦੀਆਂ। ਪਤਾ ਨਹੀਂ ਬਾਹਰੋਂ ਕਿਹੜਾ ਨਸ਼ਾ ਕਰਕੇ ਆਉਂਦੀਆਂ ਉਹ ਭੋਰਾ ਨਾ ਥੱਕਦੀਆਂ। ਉਹਨਾਂ ਦੀਆਂ ਅਜੀਬੋ-ਗਰੀਬ ਹਰਕਤਾਂ ਨੂੰ ਦੇਖ ਕਦੇ ਤਾਂ ਜੱਸੂ ਨੂੰ ਬਹੁਤ ਹੀ ਡਰ ਲੱਗਦਾ। ਉਸ ਪਲ ਉਸਦਾ ਮਨ ਕਰਦਾ ਕਿ ਉਹ ਆਪਣਾ ਸਮਾਨ ਚੁੱਕ ਕੋਈ ਹੋਰ ਟਿਕਾਣਾ ਲੱਭ ਲਵੇ। ਅਜਿਹੇ ਮਾਹੌਲ ਵਿੱਚ ਪੜ੍ਹਨਾ ਲਿਖਣਾ ਤਾਂ ਇੱਕ ਪਾਸੇ ਰਿਹਾ, ਜੱਸੂ ਤਾਂ ਆਪਣਾ ਖਾਣਾ ਪੀਣਾ ਵੀ ਐਡਜਸਟ ਨਹੀਂ ਸੀ ਕਰ ਸਕੀ। ਜੱਸੂ ਦੇ ਨਾਲ ਵਾਲੀਆਂ ਹਮੇਸ਼ਾ ਬਾਹਰੋਂ ਖਾ ਪੀ ਕੇ ਆਉਂਦੀਆਂ ਸਨ। ਬੜੀ ਹੀ ਮੁਸ਼ਕਿਲ ਨਾਲ ਜੱਸੂ ਨੇ 7 ਕੁ ਮਹੀਨੇ ਉਹਨਾਂ ਨਾਲ ਕੱਟੇ। ਜਿੱਥੇ ਮਾਹੀ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਉਸੇ ਬੇਸਮੈਂਟ ਵਿੱਚ ਜੱਸੂ ਪਹਿਲਾਂ ਹੀ ਰਹਿ ਰਹੀ ਸੀ। ਮਲੂਕ ਜਿਹੇ ਚਿਹਰੇ ਵਾਲੀ ਕੁੜੀ ਨੂੰ ਆਪਣੇ ਨਾਲ ਬੇਸਮੈਂਟ ਸ਼ੇਅਰ ਕਰਨ ਲਈ ਦੇਖ ਜੱਸੂ ਦਾ ਮਨ ਖਿੜ ਉੱਠਿਆ। ਇੱਕ ਟੱਕ ਉਸਦੇ ਚਿਹਰੇ ਵੱਲ ਦੇਖਦੇ ਜੱਸੂ ਦਾ ਮਨ ਕੀਤਾ ਕਿ ਉਸ ਨੂੰ ਭੱਜ ਕੇ ਆਪਣੀ ਬੁੱਕਲ ਵਿੱਚ ਲੈ ਲਵੇ, ਕਿਉਂਕਿ ਮਾਹੀ ਦੇ ਨੈਣ ਨਕਸ਼ 9ਵੀਂ ਵਿੱਚ ਪੜ੍ਹਦੀ ਜੱਸੂ ਦੀ ਛੋਟੀ ਭੈਣ ਰੂਬੀ ਨਾਲ ਹੂ-ਬਹੂ ਮਿਲਦੇ ਸਨ। ਰੈਂਟ 'ਤੇ ਰਹਿਣ ਵਾਲੀਆਂ ਤੁਸੀਂ 2 ਹੋਵੋ ਜਾਂ 1, ਪਰ ਕਿਰਾਇਆ ਘੱਟ ਨਹੀਂ ਹੋ ਸਕਦਾ।
ਤੂੰ ਆਪ ਕਿਸੇ ਹੋਰ ਕੁੜੀ ਨੂੰ ਨਾਲ ਲੈ ਆ, ਸਾਨੂੰ ਕੋਈ ਇਤਰਾਜ਼ ਨਹੀਂ। ਉਸ ਬੇਸਮੈਂਟ ਵਿੱਚ ਆਉਣ 'ਤੇ ਮਕਾਨ ਮਾਲਕ ਬੰਸੋ ਨੇ ਜੱਸੂ ਨੂੰ 2 ਟੁਕ ਫੈਸਲਾ ਸੁਣਾਇਆ ਸੀ। ਮਾਹੀ ਦੇ ਉਸਦੇ ਨਾਲ ਆ ਕੇ ਰਹਿਣ 'ਤੇ ਜੱਸੂ ਨੂੰ ਇੱਕ ਗੱਲ ਦੀ ਖੁਸ਼ੀ ਸੀ ਕਿ ਬੇਸਮੈਂਟ ਦਾ ਕਿਰਾਇਆ ਉਹਨਾਂ ਦੋਵਾਂ ਵਿਚਕਾਰ ਅੱਧਾ ਵੰਡਿਆ ਜਾਵੇਗਾ। ਛੁੱਟੀ ਵਾਲੇ ਦਿਨ ਮਾਹੀ ਜੱਸੂ ਨੂੰ ਨਾਲ ਲੈ ਕੇ ਘੁੰਮਣ ਤੁਰ ਪੈਂਦੀ। ਕੁਝ ਸਮਾਂ ਤਾਂ ਜੱਸੂ ਉਸ ਨਾਲ ਜਾਂਦੀ ਰਹੀ, ਪਰ ਬਾਅਦ ਵਿੱਚ ਕੋਈ ਨਾ ਕੋਈ ਬਹਾਨਾ ਬਣਾ ਮਾਹੀ ਨਾਲੋਂ ਜਾਣੋ ਨਾ ਨੁੱਕਰ ਕਰਨ ਲੱਗੀ। ਪਰਿਵਾਰਕ ਪਿਛੋਕੜ ਤਕੜਾ ਹੋਣ ਕਾਰਨ ਮਾਹੀ ਬਾਹਰ ਘੁੰਮਦੇ ਸਮੇਂ ਖਰਚ ਕਰਨ ਲੱਗਿਆ ਪੂਰਾ ਕਿਰਸ ਨਹੀਂ ਸੀ ਕਰਦੀ। ਛੇਤੀ ਕਿਤੇ ਉਹ ਜੱਸੂ ਨੂੰ ਪੈਸੇ ਨਹੀਂ ਸੀ ਦੇਣ ਦਿੰਦੀ, ਪਰ ਕਦੇ ਜੱਸੂ ਜ਼ਬਰਦਸਤੀ ਪੈਸੇ ਦੇ ਹੀ ਦਿੰਦੀ। ਮਾਹੀ ਦੇ ਇਸੇ ਤਰ੍ਹਾਂ ਕਰਨ 'ਤੇ ਜੱਸੂ ਆਪਣੇ ਆਪ ਨੂੰ ਹੋਰੂ ਮਹਿਸੂਸ ਕਰਨ ਲੱਗ ਪਈ। ਮਾਪਿਆਂ ਨੇ ਤਾਂ ਪਤਾ ਨਹੀਂ ਕਿੱਥੋਂ ਪੈਸਿਆਂ ਦਾ ਪ੍ਰਬੰਧ ਕਰ ਮੈਨੂੰ ਇੱਥੇ ਭੇਜਿਆ ਹੈ। ਇਹ ਸੋਚਦੇ ਜੱਸੂ ਆਪਣੀ ਜੇਬ ਵਿਚਲੇ ਡਾਲਰਾਂ ਵਿੱਚੋਂ ਫਾਲਤੂ ਖਰਚ ਕਰਨ ਲੱਗੀ ਕਈ ਵਾਰ ਸੋਚਦੀ। ਮਨ ਤਾਂ ਉਸਦਾ ਵੀ ਬਹੁਤ ਕਰਦਾ ਸੀ ਕਿ ਉਹ ਵੀ ਬਾਕੀ ਕੁੜੀਆਂ ਵਾਂਗ ਇੱਧਰ ਉੱਧਰ ਘੁੰਮੇ, ਪਰ ਹਰ ਵਾਰ ਹੀ ਇੱਕ ਡਾਲਰ ਜੋੜਦੇ ਮਹੀਨਾ ਬੀਤ ਜਾਂਦਾ। ਪਿੰਡ ਦੇ ਵਿਹੜੇ ਵਿੱਚੋਂ ਉੱਠ ਕਾਲਜ ਤੱਕ ਕਿਵੇਂ ਪਹੁੰਚਿਆ ਇਹ ਮੈਂ ਹੀ ਜਾਣਦਾ। B.Ed ਕਰਨ ਤੋਂ ਬਾਅਦ ਟੀਚਰ ਲੱਗਣ ਤੱਕ ਦਾ ਰਸਤਾ ਤਾਂ ਹੋਰ ਵੀ ਔਕੜਾ ਭਰਿਆ ਸੀ। ਇਹ ਚੰਗੇ ਭਲੇ ਸਮਿਆਂ ਦੀਆਂ ਗੱਲਾਂ ਨੇ। ਰਿਜ਼ਰਵੇਸ਼ਨ ਨਾਂ ਦਾ ਸ਼ਬਦ ਤਾਂ ਹੁਣ ਕਾਗਜ਼ਾਂ ਵਿੱਚ ਰੁਲ ਕੇ ਹੀ ਰਹਿ ਗਿਆ ਏ। ਮੈਂ ਆਪਣਾ ਸਭ ਕੁਝ ਦਾ ਤੇ ਲਾ ਤੈਨੂੰ ਬਾਹਰ ਭੇਜਣ ਬਾਰੇ ਮਨ ਬਣਾਇਆ ਏ ਤਾਂ ਕਿ ਇੱਥੇ ਪੜ੍ਹਨ ਤੋਂ ਬਾਅਦ ਵੀ ਤੈਨੂੰ ਧੱਕੇ ਖਾਂਦੀ ਨਾ ਫਿਰਨਾ ਪਏ। ਉਸ ਸਮੇਂ ਕੈਨੇਡਾ ਆਉਣ ਤੋਂ ਪਹਿਲਾਂ ਆਖਿਆ ਆਪਣੇ ਡੈਡੀ ਦੀਆਂ ਇਹ ਗੱਲਾਂ ਵੀ ਵਾਰ ਜੱਸੂ ਨੂੰ ਯਾਦ ਆਉਂਦੀਆਂ ਸਨ। ਪਹਿਲ ਜਦੋਂ ਮਾਹੀ ਜੱਸੂ ਨਾਲ ਉਸ ਬੇਸਮੈਂਟ ਵਿੱਚ ਰਹਿਣ ਲਈ ਆਈ ਸੀ ਤਾਂ ਜੱਸੂ ਹਰ ਰੋਜ਼ ਹੀ ਸਵੇਰੇ ਉਸ ਨਾਲੋਂ ਪਹਿਲਾਂ ਉੱਠ ਦੋਹਾਂ ਲਈ ਚਾਹ ਬਣਾਉਂਦੀ ਅਤੇ ਰਾਤ ਦੇ ਬਚੇ ਹੋਏ ਨਿੱਕੇ ਮੋਟੇ ਕੰਮਾਂ ਵਿੱਚ ਰੁੱਝ ਜਾਂਦੀ। ਜਦੋਂ ਮਾਹੀ ਉੱਠਦੀ ਉਦੋਂ ਤੱਕ ਜੱਸੂ ਲਗਭਗ ਸਾਰੇ ਕੰਮ ਨਿਬੇੜ ਚੁੱਕੀ ਹੁੰਦੀ। ਤੂੰ ਮੈਨੂੰ ਨਹੀਂ ਜਗਾਇਆ, ਜੱਸੂ ਨੂੰ ਜਲਦੀ ਤਿਆਰ ਹੁੰਦੀ ਦੇਖ ਮਾਹੀ ਉਸ ਨੂੰ ਆਖਦੀ, ਪਰ ਉਹ ਸਿਰਫ ਹਲਕਾ ਜਿਹਾ ਮੁਸਕਰਾ ਆਪਣੇ ਕੰਮ ਲੱਗੀ ਰਹਿੰਦੀ। ਉਸ ਸਮੇਂ ਜੱਸੂ ਨੂੰ ਲੱਗਦਾ ਸੀ ਜਿਵੇਂ ਉਹ ਆਪਣੇ ਇੰਡੀਆ ਵਾਲੇ ਘਰ ਹੀ ਕੰਮ ਕਰ ਰਹੀ ਹੋਵੇ। ਉੱਥੇ ਉਹ ਘਰ ਦੇ ਸਾਰੇ ਕੰਮ ਆਪ ਹੀ ਭੱਜ ਕਰਦੀ ਹੁੰਦੀ ਸੀ। ਰੂਬੀ ਨੂੰ ਤਾਂ ਉਹ ਕੋਈ ਵੀ ਕੰਮ ਨੂੰ ਹੱਥ ਨਹੀਂ ਸੀ ਲਾਉਣ ਦਿੰਦੀ। ਜੱਸੂ ਦਾ ਸਟੈਨਫੋਰਡ ਕਾਲਜ ਮਿਸੀਸਾਗਾ ਥੋੜ੍ਹਾ ਦੂਰ ਹੋਣ ਕਰਕੇ ਉਸ ਨੂੰ ਮਾਹੀ ਤੋਂ ਕੁਝ ਸਮਾਂ ਪਹਿਲਾਂ ਜਾਣਾ ਪੈਂਦਾ ਸੀ, ਪਰ ਮਾਹੀ ਦਾ ਸ਼ੇਰਾਡਨ ਕਾਲਜ ਬਰੈਂਪਟਨ ਨਜ਼ਦੀਕ ਹੀ ਸੀ। ਉਹ ਜੱਸੂ ਦੇ ਜਾਣ ਤੋਂ ਕੁਝ ਸਮਾਂ ਬਾਅਦ ਜਾਂਦੀ। ਸ਼ਾਮ ਸਮੇਂ ਜੱਸੂ ਮਾਹੀ ਨਾਲੋਂ ਪਹਿਲਾਂ ਪਹੁੰਚ ਜਾਂਦੀ, ਪਰ ਮਾਹੀ ਆਪਣੇ ਦੋਸਤਾਂ ਨਾਲ ਕਿਸੇ ਟਿਮ ਹਾਰਟਨ 'ਚ ਬੈਠ ਕਾਫੀ ਪੀਂਦਿਆਂ ਗੱਪਾਂ ਮਾਰਦੀ ਰਹਿੰਦੀ। ਮਾਹੀ ਹੁਣ ਆਪਾਂ ਪਿੰਡਾਂ ਆਲੇ ਘਰ ਹੀ ਨਹੀਂ ਬੈਠੀਆਂ ਹੋਈਆਂ ਕਿ ਆਪਾਂ ਨੂੰ ਪੱਕੀਆਂ ਪਕਾਈਆਂ ਮਿਲ ਜਾਣਗੀਆਂ। ਹੁਣ ਆਪਾਂ ਕੈਨੇਡਾ 'ਚ ਹਾਂ, ਇੱਥੇ ਤਾਂ ਸਾਰੇ ਕੰਮ ਆਪ ਹੀ ਕਰਨੇ ਪੈਣੇ ਨੇ। ਖਾ ਪੀ ਕੇ ਬਿਨਾਂ ਕੁਝ ਕੀਤਿਆਂ ਤਿਆਰ ਹੋ ਕਾਲਜ ਜਾਣ ਲੱਗੀ ਮਾਹੀ ਨੂੰ ਇੱਕ ਦਿਨ ਨਾ ਚਾਹੁੰਦੇ ਹੋਏ ਵੀ ਜੱਸੂ ਤੋਂ ਆਖਿਆ ਗਿਆ। ਜੱਸੂ ਦੀ ਆਖੀ ਗੱਲ ਸੁਣ ਮਾਹੀ ਨੂੰ ਬਹੁਤ ਸ਼ਰਮ ਆਈ। ਸੱਚਮੁੱਚ ਹੀ ਜਿੱਦਣ ਦੀ ਮਾਹੀ ਜੱਸੂ ਨਾਲ ਆ ਰਹਿਣ ਲੱਗੀ ਸੀ, ਸਿਵਾਏ ਆਪਣੇ ਕੱਪੜੇ ਧੋ ਲੈਣ ਤੋਂ ਉਸਨੇ ਕਿਸੇ ਹੋਰ ਕੰਮ ਨੂੰ ਹੱਥ ਵੀ ਨਹੀਂ ਸੀ ਲਾਇਆ। ਉਸ ਦਿਨ ਤੋਂ ਬਾਅਦ ਉਹਨਾਂ ਦੋਹਾਂ ਨੇ ਆਪਣੇ ਕੱਪੜੇ ਧੋਣ ਤੋਂ ਬਿਨਾਂ ਜਿਹੜੇ ਬਾਕੀ ਦੇ ਕੰਮ ਸਨ ਉਹ ਵੰਡ ਲਏ ਸਨ। ਕਿਸ ਨੇ ਕਿਹੜਾ ਕੰਮ ਕਰਨਾ ਹੈ ਜੱਸੂ ਨੇ ਮਾਹੀ ਨੂੰ ਸਮਝਾ ਦਿੱਤਾ। ਇਹ ਸਿਲਸਿਲਾ ਪਹਿਲਾ ਹਫਤਾ ਚੱਲਣ ਬਾਰੇ ਸੋਚਿਆ ਗਿਆ। ਹਫਤੇ ਬਾਅਦ ਡਿਊਟੀ ਬਦਲੀ ਵੀ ਜਾ ਸਕਦੀ ਸੀ। ਇਹ ਪ੍ਰਬੰਧ ਉਹਨਾਂ ਨੇ ਕਿਸੇ ਹੋਰ ਦੇ ਕਹਿਣ 'ਤੇ ਨਹੀਂ ਸਗੋਂ ਆਪਣੇ ਆਪ ਹੀ ਕੀਤਾ ਸੀ। ਮਾਹੀ ਨੇ ਸਵੇਰ ਸਮੇਂ ਉੱਠਣ ਲਈ ਆਪਣੇ ਮੋਬਾਈਲ ਫੋਨ ਵਿੱਚ ਪੱਕਾ ਹੀ ਅਲਾਰਮ ਸੈੱਟ ਕਰ ਲਿਆ ਸੀ। ਉਹ ਹਰ ਰੋਜ਼ ਜੱਸੂ ਦੇ ਨਾਲ ਹੀ ਉੱਠਣ ਲੱਗ ਪਈ, ਪਰ ਜਿੱਦਣ ਮਾਹੀ ਪਹਿਲੀ ਵਾਰ ਜੂਠੇ ਭਾਂਡੇ ਸਾਫ਼ ਕਰਨ ਲੱਗੀ ਤਾਂ ਉਹਨਾਂ ਨੂੰ ਹੱਥ ਲਾਉਂਦੇ ਹੀ ਲੱਗਿਆ ਜਿਵੇਂ ਉਸ ਨੂੰ ਉਲਟੀ ਆ ਰਹੀ ਹੋਵੇ। ਉਸ ਤੋਂ ਪਹਿਲਾਂ ਉਸਨੇ ਕਦੇ ਵੀ ਜੂਠੇ ਭਾਂਡੇ ਸਾਫ਼ ਨਹੀਂ ਸਨ ਕੀਤੇ। ਘਰ ਦੇ ਕੰਮ ਉਸਦੀ ਮੰਮੀ ਹੀ ਕਰਿਆ ਕਰਦੀ ਸੀ। ਬਾਅਦ ਵਿੱਚ ਉਸਨੇ ਅੱਖਾਂ ਬੰਦ ਕਰ ਇੱਕ ਬਰਤਨ ਹੱਥ ਵਿੱਚ ਲੈ ਉਸ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਬਰਤਨ ਅਤੇ ਰਸੋਈ ਵਾਲੀ ਥਾਂ ਸਾਫ਼ ਕਰਨ ਤੋਂ ਬਾਅਦ ਉਸਨੇ ਆਪਣੇ ਹੱਥ ਤੋਂ ਕੁਲੀਆਂ ਹਥੇਲੀਆਂ ਉੱਤੇ ਪਈਆਂ ਝਰੀਟਾਂ ਵੱਲ ਦੇਖਿਆ ਤਾਂ ਉਸਦਾ ਰੋਣਾ ਨਿਕਲ ਗਿਆ। ਉਸ ਸਮੇਂ ਬ੍ਰੇਕਫਾਸਟ ਬਣਾ ਡਰੈਸਿੰਗ ਟੇਬਲ ਲਾਗੇ ਖੜੀ ਤਿਆਰ ਹੋ ਰਹੀ ਜੱਸੂ ਵੱਲ ਦੇਖ ਮਾਹੀ ਨੂੰ ਆਪਣਾ ਚਿਹਰਾ ਦੂਸਰੇ ਪਾਸੇ ਘੁਮਾ ਲਿਆ ਤਾਂ ਕਿ ਉਸਦੀਆਂ ਅੱਖਾਂ ਵਿੱਚ ਤੈਰ ਰਹੇ ਹੰਝੂਆਂ ਨੂੰ ਜੱਸੂ ਦੇਖ ਨਾ ਸਕੇ। ਉਸ ਸਭ ਕਾਸੇ ਨਾਲ ਇੱਕ ਸੁਰ ਹੋਣ ਲੱਗਿਆ। ਮਾਹੀ ਨੂੰ ਲਗਭਗ 1.5-2 ਮਹੀਨੇ ਲੱਗ ਪਏ। ਮੰਮੀ ਇੱਥੇ ਰਹਿਣਾ ਤਾਂ ਬਹੁਤ ਔਖਾ ਹੈ। ਮੇਰਾ ਤਾਂ ਚਿੱਤ ਕਰਦਾ ਹੈ ਕਿ ਭੱਜ ਕੇ ਤੇਰੇ ਕੋਲ ਹੀ ਆ ਜਾਵਾਂ। ਉਸ ਸਮੇਂ ਮਾਹੀ ਨੇ ਕਈ ਵਾਰ ਮੰਮੀ ਨਾਲ ਫੋਨ 'ਤੇ ਆਪਣਾ ਦੁੱਖੜਾ ਸਾਂਝਾ ਕੀਤਾ ਸੀ। ਇਹ ਪੁੱਠੀ ਮੱਤ ਤੈਨੂੰ ਕਿਹਨੇ ਦਿੱਤੀ? ਮਸਾਂ ਤਾਂ ਤੈਨੂੰ ਥੱਬਾ ਰੁਪਿਆਂ ਦਾ ਲਾ ਬਾਹਰ ਭੇਜਿਆ ਹੈ ਨਾ ਮੇਰੀ ਰਾਣੀ ਧੀ, ਐ ਨਾ ਸੋਚ। ਪਰ ਆਪਣੀ ਮੰਮੀ ਦਾ ਇਹ ਜਵਾਬ ਸੁਣ ਮਾਹੀ ਨੂੰ ਉਸ ਉੱਤੇ ਬਹੁਤ ਗੁੱਸਾ ਆਇਆ। ਇਹ ਵੀ ਕਿਸੇ ਦੀ ਧੀ ਆ, ਇਸ ਨੂੰ ਵੀ ਆਪਣੇ ਮਾਪੇ ਛੱਡੇ ਪਏ ਹੋਣਗੇ। ਪਰ ਜਦੋਂ
ਉਹ ਬਿਨਾਂ ਕੋਈ ਸ਼ਿਕਾਇਤ ਕੀਤੇ ਜੱਸੂ ਨੂੰ ਆਪਣੇ ਕੰਮ ਭੱਜ ਕਰਦੇ ਦੇਖਦੀ ਤਾਂ ਮਾਹੀ ਨੂੰ ਆਪਣੇ ਆਪ ਉੱਤੇ ਬਹੁਤ ਸ਼ਰਮ ਆਉਣ ਲੱਗ ਪੈਂਦੀ। ਬੇਸਮੈਂਟ ਅੰਦਰਲੇ ਕੰਮਾਂ ਦੀ ਐਡਜਸਟਮੈਂਟ ਹੋਣ ਤੋਂ ਬਾਅਦ ਹੀ ਮਾਹੀ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਲੱਗੀ ਸੀ। ਜੱਸੂ ਵਾਂਗ ਆਪਣੇ ਹਿੱਸੇ ਦੇ ਕੰਮ ਜਲਦੀ ਨਿਪਟਾਉਣ ਤੋਂ ਬਾਅਦ ਉਹ ਆਪਣੇ ਕੋਰਸ ਦੀ ਕੋਈ ਕਿਤਾਬ ਲੈ ਬੈਠਣ ਲੱਗ ਪਈ। ਬਿਸਤਰੇ ਉੱਤੇ ਲੰਮੀ ਪਈ ਮਾਹੀ ਦਾ ਉੱਠ ਕੇ ਬੈਠਣ ਨੂੰ ਮਨ ਨਾ ਕੀਤਾ। ਉਸ ਨੇ ਆਪਣੇ ਖਿਲਰੇ ਪਏ ਅੰਗਾਂ ਨੂੰ ਜੋੜਿਆ ਅਤੇ ਦੇਹ ਵਿਚਲੀ ਤਾਕਤ ਇਕੱਠੀ ਕਰ ਉੱਠ ਕੇ ਬੈਠ ਗਈ। ਉਸ ਪਲ ਉਸ ਨੂੰ ਆਪਣੇ ਅੰਦਰ ਖੋ ਪੈਂਦੀ ਮਹਿਸੂਸ ਹੋਈ। ਮਨ ਕੀਤਾ ਕਿ ਕਿਚਨ ਵਿੱਚੋਂ ਲੱਭ ਕੇ ਕੁਝ ਖਾ ਲਵੇ। ਇੱਧਰ ਉੱਧਰ ਘੁੰਮਦੀ ਉਸ ਦੀ ਨਿਗਾਹ ਅਚਾਨਕ ਆਪਣੇ ਸਿਰਹਾਣੇ ਪਈ ਥਰਮਸ ਬੋਤਲ ਉੱਤੇ ਪਈ, ਜਿਸ ਵਿਚਲੇ ਦੁੱਧ ਨੂੰ ਜੱਸੂ ਨੇ ਸਵੇਰੇ ਗਰਮ ਕਰਕੇ ਰੱਖਿਆ ਸੀ। ਪਹਿਲਾਂ ਉਸ ਨੇ ਵਾਸ਼ਰੂਮ ਜਾਂ ਫਰੈਸ਼ ਹੋਣ ਬਾਰੇ ਸੋਚਿਆ, ਪਰ ਉਸ ਕੋਲੋਂ ਉੱਧਰ ਨਾ ਜਾਇਆ ਗਿਆ। ਉਸ ਨੇ ਬੋਤਲ ਖੋਲ੍ਹ ਕੱਪ ਵਿੱਚ ਦੁੱਧ ਪਾਇਆ ਅਤੇ ਕੈਸਰੋਲ ਵਿੱਚ ਪਏ ਬ੍ਰੈਡ ਦੇ 2 ਪੀਸ ਲੈ ਦੁੱਧ ਦੀਆਂ ਘੁੱਟਾਂ ਭਰਨ ਲੱਗ ਪਈ। ਮੈਂ ਇੱਥੇ ਆਉਣ ਦੀ ਬਹੁਤ ਵੱਡੀ ਗਲਤੀ ਕਰ ਲਈ। ਦੁੱਧ ਦੀਆਂ ਘੁੱਟਾਂ ਭਰਦੇ ਸਮੇਂ ਉਸ ਦੇ ਮਨ ਵਿੱਚ ਇਹ ਖਿਆਲ ਆਇਆ, ਕਾਲਜ ਵਿੱਚ ਇੰਨੇ ਸੋਹਣੇ ਸੁਨੱਖੇ ਮੁੰਡੇ ਮੇਰੇ ਅੱਗੇ ਪਿੱਛੇ ਚੱਕਰ ਕੱਢਦੇ ਫਿਰਦੇ ਸਨ, ਪਰ ਮੈਂ ਕਿਸੇ ਨੂੰ ਘਾਹ ਤੱਕ ਨਹੀਂ ਸੀ ਪਾਇਆ। ਜਦੋਂ ਮਾਹੀ ਨੂੰ ਇਹੋ ਜਿਹੀਆਂ ਗੱਲਾਂ ਯਾਦ ਆਉਂਦੀਆਂ ਤਾਂ ਉਸ ਨੂੰ ਆਪਣਾ ਇੰਨਾ ਸੋਹਣਾ ਹੋਣਾ ਵੀ ਸਰਾਪ ਲੱਗਣ ਲੱਗਦਾ। 1.25 ਕੁ ਸਾਲ ਤੱਕ ਸਭ ਕੁਝ ਠੀਕ ਠਾਕ ਚੱਲਦਾ ਰਿਹਾ। ਲੋੜ ਪੈਣ 'ਤੇ ਮਾਹੀ ਜਦੋਂ ਵੀ ਆਪਣੇ ਮੰਮੀ ਡੈਡੀ ਨੂੰ ਪੈਸੇ ਭੇਜਣ ਲਈ ਫੋਨ ਕਰਦੀ ਤਾਂ ਉਹ ਕੁਝ ਦਿਨਾਂ ਤੱਕ ਹੀ ਉਸਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਦਿੰਦੇ। ਮਾਹੀ ਨੂੰ ਪੜ੍ਹਾਈ ਕਰਨ ਤੋਂ ਬਿਨਾਂ ਹੋਰ ਕੋਈ ਫਿਕਰ ਨਹੀਂ ਸੀ, ਪਰ ਜੱਸੂ ਆਪਣੇ ਰੋਜ਼ਾਨਾ ਦੇ ਖਰਚੇ ਚੱਲਦੇ ਰੱਖਣ ਲਈ ਕਾਲਜੋਂ ਆ ਛੁੱਟੀ ਵਾਲੇ ਦਿਨ ਇੱਕ ਪੀਜ਼ਾ ਹੱਟ 'ਤੇ ਕੰਮ ਕਰਦੀ ਸੀ। ਕਾਲਜੋਂ ਬਾਅਦ ਜੱਸੂ ਨੂੰ ਪਾਰਟ ਟਾਈਮ ਡਿਊਟੀ ਖਤਮ ਘਰ ਪਹੁੰਚਣ 'ਤੇ ਆਪਣੇ ਹਿੱਸੇ ਦੇ ਨਿੱਕੇ ਕੰਮ ਨਿਪਟਾਉਂਦਿਆਂ ਦੇਖ ਮਾਹੀ ਨੂੰ ਉਸ ਉੱਤੇ ਬਹੁਤ ਤਰਸ ਆਉਂਦਾ। ਕਦੇ ਉਸ ਦੇ ਵਾਪਸ ਆਉਣ ਤੋਂ ਪਹਿਲਾਂ ਮਾਹੀ ਉਸ ਦੇ ਕਈ ਕੰਮ ਆਪ ਹੀ ਕਰ ਦਿੰਦੀ। ਮਾਹੀ ਇਉਂ ਨਾ ਕਰਿਆ ਕਰ, ਇਹੋ ਜਿਹੀਆਂ ਗੱਲਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ। ਇੱਕ ਦਿਨ ਜੱਸੂ ਜਲਦੀ ਕਮਰੇ 'ਚ ਪਹੁੰਚੀ ਤਾਂ ਮਾਹੀ ਨੂੰ ਆਪਣੇ ਹਿੱਸੇ ਦੇ ਕੰਮ ਕਰਦੀ ਦੇਖ ਜੱਸੂ ਨੇ ਮਾਹੀ ਦਾ ਹੱਥ ਫੜ ਲਿਆ। ਫਿਰ ਕੀ ਹੋ ਗਿਆ, ਮੈਂ ਵਿਹਲੀ ਹੀ ਬੈਠੀ ਸੀ, ਜੇ ਮਾੜਾ ਮੋਟਾ ਹੱਥ ਹਿਲਾ ਲਿਆ ਘੱਟ ਤਾਂ ਨਹੀਂ ਗਈ। ਜਦੋਂ ਮਾਹੀ ਨੇ ਇਹ ਬੋਲ ਆਖੇ ਤਾਂ ਉਸ ਨੂੰ ਮਾਹੀ ਦਾ ਨਾਲ ਬਹੁਤ ਮੋਹ ਆਇਆ। ਜੱਸੂ ਨੇ ਉਸ ਨੂੰ ਆਪਣੀ ਜੱਫੀ ਵਿੱਚ ਘੁੱਟ ਲੈ ਲਿਆ। ਕਿੰਨਾ ਕੇਅਰ ਕਰਦੀ ਆ ਜੱਸੂ ਮੇਰਾ। ਦੁੱਧ ਦਾ ਕੱਪ ਖਾਲੀ ਕਰ ਮਾਹੀ ਨੇ ਦੁੱਧ ਪੀਣ ਤੇ ਜਿਵੇਂ ਮਾਹੀ ਦੇ ਅੰਦਰਲੀ ਕਮਜ਼ੋਰੀ ਘਟ ਗਈ ਹੋਵੇ, ਪਰ ਫਿਰ ਵੀ ਉੱਠ ਕੇ ਉਸ ਦਾ ਕੁਝ ਵੀ ਕਰਨ ਨੂੰ ਜੀਅ ਨਾ ਕੀਤਾ। ਬੇਸਮੈਂਟ ਅੰਦਰ 1-2 ਚੱਕਰ ਲਾਉਣ ਤੋਂ ਬਾਅਦ ਉਹ ਫਿਰ ਬੈਠ ਗਈ। ਬੈਠਦਿਆਂ ਉਸ ਦੀ ਨਿਗਾਹ ਕਿਚਨ ਵੱਲ ਗਈ, ਜਿੱਥੇ ਸਭ ਚੀਜ਼ਾਂ ਤਰਤੀਬਵਾਰ ਚੁਣੀਆਂ ਪਈਆਂ ਸਨ। ਰਸੋਈ ਦਾ ਸਾਰਾ ਕੰਮ ਜੱਸੂ ਸਵੇਰੇ ਹੀ ਨਿਪਟਾ ਗਈ ਸੀ। ਪਿਛਲੇ 2 ਦਿਨਾਂ ਤੋਂ ਸਭ ਕੁਝ ਜੱਸੂ ਹੀ ਕਰ ਰਹੀ ਸੀ। ਉਸ ਸਮੇਂ ਬਿਸਤਰੇ ਉੱਤੇ ਪਈ ਮਾਹੀ ਨੂੰ ਲੱਗ ਰਿਹਾ ਸੀ ਵੀ ਜਿਵੇਂ ਉਸ ਦੀ ਮੰਮੀ ਪਿੰਡੋਂ ਉਡਾਰੀ ਮਾਰ ਉੱਥੇ ਆ ਮਾਹੀ ਦੇ ਨਿੱਕੇ ਕੰਮ ਕਰਨ ਲੱਗ ਪਈ ਹੋਵੇ।